ਲਿਆ ਫਿਰ ਇੱਥੇ ਇੱਕ ਮਿੰਟ ਫੋਟੋ ਕਰਾਂਗਾ। लग रहा है भी कांग्रेस और भाजपा दोवें रल के इन्हू बचा रही ने, उत्थे भाजपा और कांग्रेस दोवां दा विरोध करना चाहिए तुहानूं? देखो कई गल्लां ते तां सानूं भी लगदा तुहानूं भी लगदा, ਜਦੋਂ ਤਾਂ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਫੜ ਕੇ ਝੂਠੇ ਕੇਸਾਂ 'ਚ ਅੰਦਰ ਕਰਨਾ ਹੁੰਦਾ ਉਦੋਂ ਤਾਂ ਕੇਂਦਰ ਸਰਕਾਰ ਤੇ ਕੈਪਟਨ ਸਰਕਾਰ ਦੀ ਸੋਚ ਇੱਕ ਆ। ਕਿਸੇ ਨੇ ਵਿਚਾਰੇ ਨੇ ਫੇਸਬੁੱਕ ਤੇ ਕੁਝ ਗਲਤੀ ਨਾ ਪਾਤਾ ਜਾਂ ਕੋਈ ਇਧਰੋਂ ਉਧਰੋਂ ਆ ਗਿਆ ਚੱਲ ਅੰਦਰ, ਉਦੋਂ ਇੱਕ ਆ ਇਹਨਾਂ ਦੀ ਸੋਚ। ਕਿਸਾਨਾਂ ਦਾ ਅੰਦੋਲਨ ਫੇਲ ਕਰਨ ਲਈ, ਉਹਨਾਂ ਨੂੰ ਟਰੈਕਾਂ ਤੋਂ ਉਠਾਉਣ ਲਈ ਝੂਠਾ ਜਿਹਾ ਇੱਕ ਬਿੱਲ ਪੰਜਾਬ ਦੀ ਵਿਧਾਨ ਸਭਾ 'ਚ ਲੈਣ ਦਾ, ਕਿਸਾਨਾਂ ਨੂੰ ਭਰੋਸਾ ਦੇ ਕੇ ਉਹਨਾਂ ਨੂੰ ਉਠਾਲ ਲਿਆ ਟਰੈਕਾਂ 'ਚੋਂ। ਹੁਣ ਕੀ ਹੋਇਆ? ਹੁਣ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਮਾਲ ਗੰਡੀਆਂ ਬੰਦ ਕਰਤੀਆਂ। ਕੀ ਇਹ ਚੰਗਾ ਕੰਮ ਹੈ? ਇਹ ਇੱਕ ਪਿੰਡ 'ਚ ਇਹੋ ਜਿਹਾ ਕੰਮ ਕੀਤਾ ਕਿ ਵਿਰੋਧੀ ਧੜੇ ਦੇ ਘਰ ਜਿੱਥੇ ਆ ਗਿਆ ਉੱਥੇ ਨਾਲੀ ਬੰਦ ਕਰ ਦਿਓ, ਜਿੱਥੇ ਕਾਂਗਰਸ ਵਾਲੇ ਦਾ ਆ ਗਿਆ ਉੱਥੇ ਨਾਲੀ ਬਣਾ ਦਿਓ। ਇਹ ਐਡੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਮੋਦੀ ਸਰਕਾਰ ਨੇ ਕਿ ਪੰਜਾਬ ਦੇ ਅਰਥਚਾਰੇ ਨੂੰ ਖਤਮ ਕਰਨ ਲਈ, ਪੰਜਾਬ ਦੇ ਸਾਰੇ ਕਾਰੋਬਾਰ ਨੂੰ ਖਤਮ ਕਰਨ ਲਈ, ਨੁਕਸਾਨ ਕਰਨ ਲਈ ਕਿਸਾਨੀ ਦਾ ਤੇ ਵਪਾਰ ਦਾ ਮਾਲ ਗੱਡੀਆਂ ਹੀ ਬੰਦ ਕਰਤੀਆਂ। ਤੇ ਕੈਪਟਨ ਸਾਹਿਬ ਹੁਣ ਜਵਾਬ ਦੇਣ ਵੀ ਤੁਸੀਂ ਭਰੋਸਾ ਦੇ ਕੇ ਕਿਸਾਨਾਂ ਨੂੰ ਟਰੈਕਾਂ ਤੋਂ ਉਠਾਇਆ ਤੇ ਹੁਣ ਕੇਂਦਰ ਸਰਕਾਰ ਕੀ ਕਰ ਰਹੀ ਹੈ ਤੇ ਕੈਪਟਨ ਸਾਹਿਬ ਕੀ ਕਰ ਰਿਹਾ, ਕੀ ਕਰ ਰਿਹਾ, ਹੁਣ ਐਕਸ਼ਨ ਕੀ ਲੈ ਰਿਹਾ? ਅਕਾਲੀ ਦਲ ਭਾਜਪਾ ਦਾ ਵਿਰੋਧ ਕਦੋਂ ਕਰੇਗਾ ਜੀ ਸੜਕਾਂ ਤੇ? ਅਸੀਂ ਤਾਂ ਰੋਜ਼ ਕਰਦੇ ਹਾਂ। ਭਾਜਪਾ ਦੇ ਵਿਰੁੱਧ ਅਸੀਂ ਸਰਕਾਰ ਛੱਡੀ ਆ, ਅਸਤੀਫਾ ਦਿੱਤਾ। ਭਾਜਪਾ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਅਸੀਂ 23 ਸਾਲ ਪੁਰਾਣਾ ਗਠਬੰਧਨ ਤੋੜਿਆ। ਭਾਜਪਾ ਦੇ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਅਸੀਂ ਡੇਲੀ ਆ, ਮੈਂ ਤਾਂ ਅੱਜ ਵੀ ਕਿਹਾ ਵੀ ਕੇਂਦਰ ਸਰਕਾਰ ਨੇ 2017 ਤੋਂ ਇਹ ਪੋਸਟ ਮੈਟ੍ਰਿਕ ਤੇ ਬੈਕਵਰਡ ਕਲਾਸਿਸ ਪੋਸਟ ਸਕਾਲਰਸ਼ਿਪ ਖਤਮ ਕਰਤੀ ਆ। ਉਹਨਾਂ ਨੂੰ ਵੀ ਕੋਈ ਧਿਆਨ ਨਹੀਂ, ਲੇਕਿਨ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਧਿਆਨ ਨਹੀਂ। ਜਿਹੜਾ ਪੰਜਾਬ ਦੇ ਮੈਨੀਫੈਸਟੋ 'ਚ ਕਹਿ ਰਹੇ ਸੀ ਕਿ ਅਸੀਂ ਪਹਿਲੀ ਕਲਾਸ ਤੋਂ ਗ੍ਰੈਜੂਏਸ਼ਨ ਤੱਕ ਮੁਫਤ ਪੜ੍ਹਾਈ ਦੇਵਾਂਗੇ, ਇਹਨਾਂ ਦੇ ਮੈਨੀਫੈਸਟੋ ਦੇ ਪੇਜ ਨੰਬਰ 78 ਤੇ ਲਿਖਿਆ ਹੈ ਕਿ ਅਸੀਂ ਗ੍ਰੈਜੂਏਸ਼ਨ ਤੱਕ ਮੁਫਤ ਪੜ੍ਹਾਈ ਦੇਵਾਂਗੇ ਸਾਰੇ ਗਰੀਬਾਂ ਨੂੰ। ਤੇ ਆਪਣੀ ਤਾਂ ਕੀ ਦੇਣੀ ਸੀ, ਕੇਂਦਰ ਦਾ ਆਇਆ ਪੈਸਾ ਵੀ ਹਜ਼ਮ ਕਰ ਗਏ। ਇਹਨੂੰ ਜੀ ਰਣਿੰਦਰ ਬਾਰੇ ਕੀ ਕਹੋਗੇ? ਪੇਸ਼ੀ ਹੋਇਆ ਜੀ। ਦੇਖੋ ਬੜੀ ਮੈਂ ਤਾਂ ਹੈਰਾਨ ਆ। ਪਹਿਲਾਂ ਜਦੋਂ 2001 ਦਾ 2 ਦਾ ਇਲੈਕਸ਼ਨ ਹੋਇਆ ਨਾ, ਉਦੋਂ ਬੜੀਆਂ ਅਖਬਾਰਾਂ 'ਚ ਅਸੀਂ ਪੜ੍ਹਿਆ ਸੀ ਕਿ ਕੈਪਟਨ ਸਾਹਿਬ ਦੇ ਪਰਿਵਾਰ ਨੇ ਬੜੀਆਂ ਬੈਂਕਾਂ ਦੇ ਕਰਜ਼ੇ ਕੁਰਜ਼ੇ ਦੇਣੇ, ਤੁਸੀਂ ਵੀ ਪੜ੍ਹਿਆ ਹੋਣਾ। ਲੇਕਿਨ ਬਾਅਦ ਵਿੱਚ ਫਿਰ 2002 'ਚ ਮੁੱਖ ਮੰਤਰੀ ਬਣ ਗਏ, 7 ਤੱਕ ਮੁੱਖ ਮੰਤਰੀ ਰਹੇ। ਉਦੋਂ ਬਾਅਦ ਮੈਂ ਕੋਈ ਖਬਰ ਨਹੀਂ ਪੜ੍ਹੀ ਕਿਸੇ ਅਖਬਾਰ 'ਚ ਬਈ ਕੈਪਟਨ ਸਾਹਿਬ ਨੇ ਕਿਸੇ ਬੈਂਕ ਦਾ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਬੈਂਕ ਨੇ ਕਿਤੇ ਕਰਜ਼ਾ ਦੇਣਾ, ਕੋਈ ਲੋਨ ਰਹਿ ਗਿਆ ਕੋਈ। ਲੇਕਿਨ ਇਹ ਪੜ੍ਹ ਲਿਆ ਕਿ ਸਵਿਟਜ਼ਰਲੈਂਡ ਦੀਆਂ ਬੈਂਕਾਂ 'ਚ, ਸਵਿਸ ਬੈਂਕਾਂ 'ਚ ਮਹਾਰਾਣੀ ਜੀ ਦਾ ਅਕਾਊਂਟ ਵੀ ਆ ਗਿਆ ਸੀ ਸਾਹਮਣੇ, ਬਿਫੋਰ ਪਾਰਲੀਮੈਂਟ ਇਲੈਕਸ਼ਨ ਤੁਸੀਂ ਪੜ੍ਹਿਆ ਸੀ। ਤੇ ਹੁਣ ਤਾਜੀ ਇਹ ਗੱਲ ਪੜ੍ਹ ਲਈ ਆ ਕਿ ਸਵਿਟਜ਼ਰਲੈਂਡ 'ਚ ਕੋਈ ਆਈਲੈਂਡ ਖਰੀਦਿਆ ਗਿਆ, ਟਾਪੂ। ਉਹ ਆਈਲੈਂਡ ਦੀ ਜਿਹੜੀ ਗਵਰਨਮੈਂਟ ਦੀ ਏਜੰਸੀ ਆ ਉਹਨੇ ਕੋਈ ਇੱਥੋਂ ਪੁੱਛਤਾਛ ਕੀਤੀ ਆ, ਜਿਸ ਪੁੱਛਤਾਛ ਦੇ ਬੇਸ ਦੇ ਉੱਤੇ ਕੈਪਟਨ ਸਾਹਿਬ ਦੇ ਬੇਟੇ ਨੂੰ ਈਡੀ ਨੇ ਬੁਲਾਇਆ। ਕੇਸ ਤੋਂ ਕਾਫੀ ਦੇਰ ਦਾ ਚੱਲ ਰਿਹਾ। ਉਹ ਜਿਹੜੀ ਗੱਲ ਤੁਹਾਡੀ ਬੀਜੇਪੀ ਤੇ ਕੈਪਟਨ ਸਾਹਿਬ ਦੀ ਸਾਂਝ ਆ, ਇਹਦਾ ਮਤਲਬ 16 ਤੋਂ 14 ਤੋਂ ਬੀਜੇਪੀ ਆ ਗਈ ਆ, 16 ਤੋਂ ਹੁਣ 20 ਨਿਗਾਤਾ। ਇਹ ਵੀ ਇੱਕ ਉਹਦਾ ਹਿੱਸਾ, ਕੜੀ ਆ, ਸਾਂਝ ਦੀ ਕੜੀ ਹੈ ਵੀ ਇੱਕ। ਕਿਉਂ ਨਹੀਂ ਅੱਜ ਤੱਕ ਐਕਸ਼ਨ ਹੋਇਆ? ਨਾਲੇ ਇੱਕ ਨਾ ਇਹਦੇ ਵਿੱਚ ਜਿਹੜੀ ਉਸ ਰਿਪੋਰਟ ਵਿੱਚ 64 ਕਰੋੜ ਰੁਪਈਆ ਵੱਖਰੀਆਂ ਫਾਈਲਾਂ ਬਣਾ ਕੇ, ਰਿਕਾਰਡ ਨਾਲ ਟੈਂਪਰਿੰਗ ਕਰਕੇ, ਟੇਅਰਿੰਗ ਕਰਕੇ, ਵੱਖਰੇ ਬੈਂਕ ਅਕਾਊਂਟ ਬਣਾ ਕੇ ਉਹ ਕਪੜਾ ਹੋ ਗਿਆ। ਉਹਦੇ ਉੱਤੇ ਐਕਸ਼ਨ ਕਰਨ ਦੀ ਬਜਾਏ ਮੁੱਖ ਮੰਤਰੀ ਜੀ ਨੇ ਵੈਲਫੇਅਰ ਮੰਤਰੀ ਨੂੰ ਬਰਖਾਸਤ ਕਰਨ ਦੀ ਬਜਾਏ, ਉਹਨੂੰ ਡਿਸਮਿਸ ਕਰਨ ਦੀ ਬਜਾਏ, ਉਹਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਮੁੱਖ ਮੰਤਰੀ ਜੀ ਨੇ ਉਸ ਰਿਪੋਰਟ ਤੇ ਕੋਈ ਕਾਰਵਾਈ ਨਹੀਂ ਕੀਤੀ, ਬਲਕਿ ਆਪਣੀ ਇੱਕ ਹੋਰ ਕਮੇਟੀ ਬਣਾ ਕੇ ਰਾਤੋਂ ਰਾਤ 5-4 ਦਿਨਾਂ 'ਚ ਉਹਨੂੰ ਕਲੀਨ ਚਿੱਟ ਦੇ ਦਿੱਤੀ। ਔਰ ਕਲੀਨ ਚਿੱਟ ਦਿੱਤੀ ਵਿਧਾਨ ਸਭਾ ਦੇ ਵਿੱਚ ਜਦੋਂ ਰੌਲਾ ਪਿਆ, ਤੇ ਕਲੀਨ ਚਿੱਟ ਦੀ ਕੋਈ
ਰਿਪੋਰਟ ਜਿਹੜੀ 3 ਅਧਿਕਾਰੀਆਂ ਨੇ ਤਿਆਰ ਕੀਤੀ ਹੈ, ਕਿਸ ਬੇਸ ਤੇ ਕਿਸ ਬਣਾ ਤੇ ਤੁਸੀਂ ਉਹਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ, ਕਿਸ ਬਣਾ ਤੇ ਉਹਨੂੰ ਕਲੀਨ ਚਿੱਟ ਦੇ ਦਿੱਤੀ, ਇਹ ਵੀ ਇੱਕ ਸ਼ਬਦ ਵੀ ਇੱਕ ਕਾਗਜ਼ ਵੀ ਜਿਹੜਾ ਆ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੀ ਵਿਧਾਨ ਸਭਾ ਵਿੱਚ ਪੇਸ਼ ਨਹੀਂ ਕੀਤਾ। ਬਸ ਮੂੰਹ ਜ਼ਬਾਨੀ ਕਹਿ ਦਿੱਤਾ ਕਲੀਨ ਚਿੱਟ ਹੈ। ਸੋ ਭਰਾਵੋ, ਇਸ ਘਪਲੇ ਦੇ ਨਾਲ ਔਰ ਪਿਛਲੇ 3.5 ਸਾਲ ਜੋ 1056 ਕਰੋੜ ਰੁਪਈਆ ਕੇਂਦਰ ਨੇ ਭੇਜਿਆ ਸੀ ਬੱਚਿਆਂ ਦੀ ਫੀਸ ਵਾਸਤੇ, ਉਹ ਟਾਈਮ ਸਿਰ ਬੱਚਿਆਂ ਨੂੰ ਨਹੀਂ ਮਿਲਿਆ, ਜਿਹਦੇ ਕਾਰਨ ਹਰ ਸਾਲ ਕਰੀਬ 1 ਲੱਖ ਬੱਚਾ ਗਰੀਬ ਭਾਈਚਾਰੇ ਦਾ ਉਹ ਇੰਸਟੀਚਿਊਸ਼ਨ ਤੋਂ, ਯੂਨੀਵਰਸਿਟੀਆਂ ਤੋਂ, ਕਾਲਜਾਂ ਤੋਂ ਦੂਰ ਹੋ ਗਿਆ। ਮੈਂ ਇਹ ਦੱਸਣਾ ਚਾਹਾਂਗਾ, ਸਾਡੀ ਸਰਕਾਰ 'ਚ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ 2016-17 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਹਾ ਲੈਣ ਵਾਲੇ ਬੱਚਿਆਂ ਦੀ ਗਿਣਤੀ ਕਰੀਬ 4 ਲੱਖ ਬੱਚਾ ਸੀ ਤੇ ਅੱਜ ਉਹ ਘਟ ਕੇ ਸਿਰਫ 2,20,000 ਰਹਿ ਗਈ ਹੈ। ਤੇ ਇਸ ਸਰਕਾਰ ਦੀ ਨਲਾਇਕੀ ਕਰਕੇ, ਘਪਲੇ ਕਰਕੇ, ਗੈਰ ਸੰਜੀਦਗੀ ਕਰਕੇ ਇਹ ਸ਼ਡਿਊਲ ਕਾਸਟ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ, ਉਹਨਾਂ ਦੇ ਭਵਿੱਖ ਦਾ ਕਤਲ ਜਿਹੜਾ ਹੈ ਇਸ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੀਤਾ। ਅਸੀਂ ਪਿਛਲੇ ਕਰੀਬ 2 ਸਾਲ ਤੋਂ ਪੰਜਾਬ ਦੀ ਵਿਧਾਨ ਸਭਾ 'ਚ ਰੌਲਾ ਪਾ ਰਹੇ ਹਾਂ। ਮੈਂ ਵਿਧਾਨ ਸਭਾ 'ਚ ਵੀ, ਚੰਦੂ ਮਾਜਰਾ ਸਾਹਿਬ ਨੇ ਵੀ, ਅਸੀਂ ਸਾਰਿਆਂ ਨੇ ਰਲ ਕੇ ਅਸੀਂ ਸਾਰੀਆਂ ਚਿੱਠੀਆਂ ਵੀ ਪੇਸ਼ ਕੀਤੀਆਂ ਸੀ, ਅਸੀਂ ਰਿਕਾਰਡ ਵੀ ਪੇਸ਼ ਕੀਤਾ ਸੀ ਵਿਧਾਨ ਸਭਾ 'ਚ ਕਿ ਆਹ ਦੇਖੋ ਇਸ ਸਟੈਪ ਤੇ ਆਹ ਗੜਬੜ ਹੋਈ ਆ, ਤੁਸੀਂ ਮਾੜੇ ਕਿਰਦਾਰ ਦੇ ਅਧਿਕਾਰੀਆਂ ਨੂੰ ਤੁਸੀਂ ਪਾਵਰਾਂ ਦੇ ਦਿੱਤੀਆਂ ਆ, ਤੁਸੀਂ ਉਹਨੂੰ ਅਪਗ੍ਰੇਡ ਕਰ ਦਿੱਤਾ ਨਜਾਇਜ਼ ਤੌਰ ਤੇ, ਤੁਸੀਂ ਡਾਇਰੈਕਟੋਰੇਟ ਨੂੰ ਖਤਮ ਕਰ ਦਿੱਤਾ, ਚੈਨਲ ਨੂੰ ਤੁਸੀਂ ਆਪਣੇ ਪਿਆਰੇ ਜਿਹੜੇ 5 ਦਵੰਜੀ ਕਰਨ ਵਾਲੇ ਅਧਿਕਾਰੀ ਆ ਉਹਨਾਂ ਨੂੰ ਅੱਗੇ ਲਾ ਕੇ ਹੁਣ ਤੁਸੀਂ ਕਮਿਸ਼ਨਾਂ ਲੈਣ ਲੱਗ ਗਏ ਹੋ। ਤੇ ਐਸੇ ਕਾਲਜਸ ਨੂੰ 20 ਕਰੋੜ ਦੇ ਦਿੱਤਾ ਗਿਆ ਜਿਨ੍ਹਾਂ ਕੋਲੋਂ 17 ਕਰੋੜ ਲੈਣਾ ਸੀ। ਕੋਈ ਕਾਰਵਾਈ ਨਹੀਂ ਹੋਈ, ਨਾ ਕਿਸੇ ਇੰਸਟੀਚਿਊਸ਼ਨ ਦੇ ਖਿਲਾਫ, ਨਾ ਕਿਸੇ ਅਧਿਕਾਰੀ ਦੇ ਖਿਲਾਫ, ਬਲਕਿ ਵੈਲਫੇਅਰ ਮੰਤਰੀ ਜਿਹੜਾ ਜ਼ਿੰਮੇਵਾਰ ਹੈ, ਜਿਨੇ ਪੰਜਾਬ ਦੇ ਬੱਚਿਆਂ ਦੇ ਭਵਿੱਖ ਦਾ, ਫਿਊਚਰ ਦਾ, ਉਹਨਾਂ ਦੀ ਪੜ੍ਹਾਈ ਦਾ ਕਤਲ ਕੀਤਾ। ਤੇ ਸਾਨੂੰ ਇਸ ਗੱਲ ਦਾ ਵੀ ਬੜਾ ਅਫਸੋਸ ਹੈ, ਇਸ ਗੱਲ ਦਾ ਵੀ ਬਹੁਤ ਅਫਸੋਸ ਹੈ ਸਾਨੂੰ ਕਿ ਸਾਡੇ ਵਿੱਚੋਂ ਹੀ ਹੋ ਕੇ ਤੇ ਉਹਨੂੰ ਬਿਲਕੁਲ ਦਰਦ ਨਹੀਂ ਆਇਆ ਕਿ ਮੈਂ ਕਿਹੜੇ ਬੱਚਿਆਂ ਦਾ, ਕਿਸ ਗਰੀਬ ਭਾਈਚਾਰੇ ਦਾ ਨੁਕਸਾਨ ਕਰ ਰਿਹਾ। ਦੂਜੀ ਗੱਲ, ਇਹ ਗੱਲ ਹੁਣ ਸਾਬਤ ਹੋ ਗਈ ਹੈ ਕਲੀਨ ਚਿੱਟ ਤੋਂ ਬਾਅਦ, ਜਦੋਂ ਮੁੱਖ ਮੰਤਰੀ ਨੇ ਕਲੀਨ ਚਿੱਟ ਦੇ ਦਿੱਤੀ ਹੈ, ਇਹ ਗੱਲ ਸਾਬਤ ਹੋ ਗਈ ਹੈ ਕਿ ਕੱਲਾ ਸਾਧੂ ਸਿੰਘ ਨਹੀਂ, ਇਹਦਾ ਮਤਲਬ ਹਿੱਸੇਦਾਰੀ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਗਈ ਹੈ। ਉਹਨਾਂ ਪੈਸਿਆਂ ਦੀ, ਉਸ ਰਕਮ ਦੀ ਹਿੱਸੇਦਾਰੀ ਜਿਹੜੀ ਹੈ ਉਹ ਮੁੱਖ ਮੰਤਰੀ ਤੱਕ ਤੇ ਪੰਜਾਬ ਦੀ ਸਾਰੀ ਸਰਕਾਰ ਤੱਕ ਗਈ ਹੈ। ਕਿਉਂਕਿ ਇੱਕ MLA ਵੀ ਹੈ ਫਗਵਾੜੇ ਤੋਂ, ਬਲਵਿੰਦਰ ਸਿੰਘ ਧਾਲੀਵਾਲ, ਜੋ 2019 'ਚ ਜਦੋਂ ਇਹ ਪੈਸਿਆਂ ਦੀ ਗੜਬੜ ਹੁੰਦੀ ਹੈ ਉਸ ਵੇਲੇ ਉਹ ਉੱਥੇ ਡਾਇਰੈਕਟਰ ਵੈਲਫੇਅਰ ਹੈ, ਔਰ ਉਹ ਪੈਸੇ ਕਮਿਸ਼ਨਾਂ ਲੈ ਕੇ ਸਾਰੀ ਗੜਬੜ ਕਰਕੇ, ਰਿਕਾਰਡ ਵਿੱਚ ਸਾਰੀ ਟੈਂਪਰਿੰਗ ਕਰਕੇ ਉਹ ਪੈਸੇ ਜਾਰੀ ਕਰ ਰਿਹਾ। ਤੇ ਉਸ ਤੋਂ ਬਾਅਦ ਕੀ ਹੋਇਆ, ਉਸੇ ਪੈਸੇ ਨਾਲ ਝੋਲੇ ਭਰ ਕੇ ਪੰਜਾਬ ਦੀ ਕਾਂਗਰਸ ਨੂੰ ਦਿੱਲੀ ਤੱਕ ਪੈਸੇ ਗਏ, ਹਾਈ ਕਮਾਂਡ ਤੱਕ ਪੈਸੇ ਗਏ ਆ, ਉਹਨੂੰ ਟਿਕਟ ਲੈਤੀ, ਉਹਨੂੰ MLA ਬਣਾਤਾ। ਲੇਕਿਨ ਹੁਣ ਪਬਲਿਕ ਪੰਜਾਬ ਦੀ ਜਵਾਬ ਮੰਗਦੀ ਆ ਕਿ ਉਹ ਪੈਸਾ ਕਿੱਥੇ ਆ, ਕਿੱਦਾਂ ਭਰਪਾਈ ਕਰੋਗੇ, ਕਿੱਦਾਂ ਕੰਪਨਸੇਟ ਕਰੋਗੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਬੱਚਿਆਂ ਦਾ ਭਵਿੱਖ ਖਤਮ ਹੋ ਗਿਆ। ਕਿਸੇ ਨੇ ਕਿਤੇ ਵਿਦੇਸ਼ 'ਚ ਜਾਣਾ ਸੀ ਆਪਣੇ ਪੜ੍ਹਾਈ ਕਰਕੇ, ਕਿਸੇ ਨੇ ਇੱਥੇ ਨੌਕਰੀ ਲੱਗਣਾ ਸੀ। ਮੈਨੂੰ ਤਾਂ ਬੜੀ ਹੈਰਾਨਗੀ ਹੋਈ ਜਦੋਂ ਦਿੱਲੀ ਜਾ ਕੇ ਮੁੱਖ ਮੰਤਰੀ ਨੇ ਕਹਿਤਾ ਅਸੀਂ ਤਾਂ 11 ਲੱਖ ਨੌਕਰੀ ਦੇ ਦਿੱਤੀ ਪੰਜਾਬ 'ਚ। ਤੇ ਮੈਂ ਸੋਚਿਆ ਵੀ ਭਾਈ ਸ਼ਡਿਊਲ ਕਾਸਟ ਵਿਦਿਆਰਥੀਆਂ ਨੂੰ ਤਾਂ ਡਿਗਰੀਆਂ ਨਹੀਂ ਮਿਲੀਆਂ, ਉਹਨਾਂ ਕੋਲ ਤਾਂ ਸਰਟੀਫਿਕੇਟ ਹੀ ਹੈ ਨਹੀਂ 2017, 18, 19 ਤੱਕ ਦੇ, ਪ੍ਰਾਈਵੇਟ ਹੀ ਨਹੀਂ ਬਲਕਿ ਜਿਹੜੇ ਸਰਕਾਰੀ ਇੰਸਟੀਚਿਊਸ਼ਨ ਆ, ਪੰਜਾਬ ਯੂਨੀਵਰਸਿਟੀ ਆ ਜਾਂ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ, ਜਿਹਨੂੰ ਪੰਜਾਬ ਗਵਰਨਮੈਂਟ ਕੰਟਰੋਲ ਕਰਦੀ, ਉਹ ਵੀ ਸ਼ਡਿਊਲ ਕਾਸਟ ਬੱਚਿਆਂ ਨੂੰ ਡਿਗਰੀਆਂ ਨਹੀਂ ਦੇ ਰਹੀ। ਤੇ ਬੱਚੇ ਸ਼ਡਿਊਲ ਕਾਸਟ, ਸਾਡੇ ਬੱਚੇ ਕਿੱਥੋਂ ਨੌਕਰੀ ਲੱਗ ਜਾਣਗੇ ਜਿਹਦੇ ਕੋਲ ਡਿਗਰੀ ਨਹੀਂ? ਉਹਨੂੰ ਤਾਂ ਪ੍ਰਾਈਵੇਟ ਨੇ ਵੀ ਕਿਸੇ ਨੌਕਰੀ ਤੇ ਨਹੀਂ ਰੱਖਣਾ, ਉਹ ਬਾਹਰ ਵੀ ਨਹੀਂ ਜਾ ਸਕਦਾ ਕਿਉਂਕਿ ਬਾਹਰ ਜਾਣ ਵਾਸਤੇ ਸਰਟੀਫਿਕੇਟ ਚਾਹੀਦੇ ਆ। ਸੋ ਬਹੁਤ ਵੱਡਾ ਨੁਕਸਾਨ ਜਿਹਨੂੰ ਮੈਂ ਲਫ਼ਜ਼ਾਂ ਵਿੱਚ ਦੱਸ ਨਹੀਂ ਸਕਦਾ, ਇਹ ਕਾਂਗਰਸ ਗਵਰਨਮੈਂਟ ਨੇ ਕੀਤਾ।
17 ਤੱਕ ਬੱਚਿਆਂ ਦੀ ਗਿਣਤੀ ਵੀ ਵੱਧ ਸੀ, ਪੈਸੇ ਵੀ ਆਉਂਦੇ ਸੀ। ਜਦੋਂ ਕਿਤੇ ਇੰਸਟੀਚਿਊਸ਼ਨ ਨੇ ਕਿਸੇ ਨੇ ਹੇਰਾਫੇਰੀ ਕੀਤੀ ਆ, ਸਾਡੀ ਸਰਕਾਰ ਵਿੱਚ ਬਾਦਲ ਸਾਹਿਬ ਨੇ ਉੱਤੇ ਕਾਰਵਾਈ ਵੀ ਕੀਤੀ। ਲੇਕਿਨ ਹੁਣ ਬਿਲਕੁਲ ਹਨੇਰਾ ਛਾ ਪਿਆ ਪੰਜਾਬ 'ਚ ਇਸ ਵੇਲੇ। ਬਾਕੀ ਮੈਂ ਮੁੱਦਿਆਂ ਨੂੰ ਨਹੀਂ ਛੇੜਦਾ, ਕਿਉਂਕਿ ਅਸੀਂ 2 ਤਰੀਕ ਨੂੰ ਨਾਭੇ ਇਸ ਮੰਤਰੀ ਦਾ, ਇਸ ਸਰਕਾਰ ਦਾ ਘਿਰਾਓ ਕਰ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ, ਐਸਸੀ ਵਿੰਗ, ਸ਼੍ਰੋਮਣੀ ਅਕਾਲੀ ਦਲ ਸਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਦਿਸ਼ਾ ਨਿਰਦੇਸ਼ ਦੇ ਉੱਤੇ ਅਸੀਂ ਨਾਭੇ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ, ਪੰਜਾਬ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਅਸੀਂ ਇਸ ਸਰਕਾਰ ਦਾ ਘਿਰਾਓ ਕਰ ਰਹੇ ਹਾਂ ਔਰ ਇਹ ਲੜੀ ਚੱਲਦੀ ਰਹੂਗੀ। 2 ਤੋਂ ਬਾਅਦ 9 ਤਰੀਕ ਨੂੰ ਫਗਵਾੜੇ ਅਸੀਂ ਜਿਹੜਾ ਬਲਵਿੰਦਰ ਸਿੰਘ ਧਾਲੀਵਾਲ ਆ, ਜਿਹੜਾ ਉਸ ਵੇਲੇ ਡਾਇਰੈਕਟਰ ਸੀ, ਅੱਜ ਕਾਂਗਰਸ ਦਾ ਐਮਐਲਏ ਆ, ਉੱਥੇ ਫਗਵਾੜੇ ਵੀ ਅਸੀਂ ਰੋਸ ਧਰਨੇ ਦੇ ਰਹੇ ਹਾਂ। ਸੋ ਅਸੀਂ ਹੋਰ ਕੁਝ ਨਹੀਂ ਕਰ ਸਕਦੇ। ਅਸੀਂ ਤਾਂ ਕੇਂਦਰ ਸਰਕਾਰ ਕੋਲ ਵੀ ਇਹ ਗੁਹਾਰ ਲਾਈ ਸੀ, ਜਾ ਕੇ ਆਪ ਅਸੀਂ ਗਏ ਕੇਂਦਰ ਸਰਕਾਰ ਕੋਲ, 2 ਵਾਰ ਮੰਤਰੀ ਨੂੰ ਮਿਲੇ ਆ ਵੀ ਇਹਦੀ ਸੀਬੀਆਈ ਜਾਂਚ ਕਰਾ ਦਿਓ। ਜੇ ਤੁਸੀਂ ਸੀਬੀਆਈ ਜਾਂਚ ਕਰਾ ਦਿਓ, ਇਹ ਮੰਤਰੀ ਬਚ ਨਹੀਂ ਸਕਦਾ, ਇਹ ਕਰਪਟ ਅਧਿਕਾਰੀ ਬਚ ਨਹੀਂ ਸਕਦੇ। ਲੇਕਿਨ ਕੇਂਦਰ ਨੇ ਵੀ ਗੱਲ ਸਾਡੀ ਅਣਸੁਣੀ ਕਰ ਦਿੱਤੀ। ਹਾਲਾਂਕਿ ਪੈਨ ਇੰਡੀਆ ਦੇ ਤਹਿਤ, ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਜਿਹੜੇ ਘਪਲੇ ਹੋਏ ਆ, ਉਹਦੀ ਸੀਬੀਆਈ ਜਾਂਚ ਚੱਲ ਰਹੀ ਆ, ਹਰਿਆਣੇ ਵਿਜੀਲੈਂਸ ਚੱਲ ਰਹੀ ਆ, ਲੇਕਿਨ ਉਹਨਾਂ ਨੇ ਸੀਬੀਆਈ ਨੂੰ ਨਹੀਂ ਦਿੱਤੀ। ਇਹ ਜਿਹੇ ਫਿਰ ਕੀ ਕਰੋਗੇ? ਹੁਣ ਧਰਨੇ ਤਾਂ ਲਾਏ ਰਹੇ ਹੋ। ਹੁਣ ਅਸੀਂ ਦੇਖੋ, ਗੱਲ ਇਹ ਆ, ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਆ। ਲੋਕ ਹੀ ਸਰਕਾਰਾਂ ਚੁਣਦੇ ਆ, ਲੋਕ ਹੀ ਮਿਨਿਸਟਰ ਬਣਾਉਂਦੇ ਆ, ਤੇ ਲੋਕਾਂ 'ਚ ਜਾਵਾਂਗੇ, ਲੋਕਾਂ ਨੂੰ ਦੱਸਾਂਗੇ ਤੁਹਾਡਾ ਇਸ ਘਪਲੇ ਦੇ ਨਾਲ ਕਿੰਨਾ ਨੁਕਸਾਨ ਹੋਇਆ। ਕੋਰਟ ਨਹੀਂ ਜਾਊਗਾ ਜੀ ਗੱਲ? ਦੇਖੋ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਵਕੀਲਾਂ ਨਾਲ ਸਾਡੀ ਸਲਾਹ ਮਸ਼ਵਰਾ ਚੱਲ ਰਿਹਾ ਚੰਡੀਗੜ੍ਹ ਹਾਈ ਕੋਰਟ 'ਚ। ਸਾਡੀ ਪਾਰਟੀ ਦੇ ਵੀ ਕੋਈ ਸੀਨੀਅਰ ਅਧਿਕਾਰੀ ਆ, ਵਕੀਲ ਆ, ਉਹ ਵੀ ਕੇਸ ਤਿਆਰ ਕਰ ਰਿਹਾ। ਅਸੀਂ ਕੋਰਟ ਵਿੱਚ ਇੱਕ ਪਾਰਟੀ ਗਈ ਵੀ ਸੀ ਹਾਈ ਕੋਰਟ 'ਚ, ਉਹਨਾਂ ਨੇ ਕਿਹਾ ਸੀ ਵੀ ਇਹਦੀ ਜਾਂਚ ਜਿਹੜੀ ਹੈ ਸੀਬੀਆਈ ਨੂੰ ਦਿਓ, ਲੇਕਿਨ ਉੱਥੇ ਤਰੀਕ ਪੈ ਗਈ ਹੈ। ਅਸੀਂ ਵੀ ਹੁਣ ਪਾਰਟੀ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਵਿੱਚ, ਲੇਕਿਨ ਅਸੀਂ ਇਹ ਵੀ ਡਿਮਾਂਡ ਕਰਦੇ ਹਾਂ ਕੇਂਦਰ ਸਰਕਾਰ ਕੋਲੋਂ, ਜਾਂ ਤਾਂ ਸੀਬੀਆਈ ਕਰ ਦਿਓ, ਤੇ ਜੇ ਪੰਜਾਬ ਸਰਕਾਰ ਦੇ ਵਿੱਚ ਹਿੰਮਤ ਆ, ਖੈਰ ਇਹ ਤਾਂ ਹੁਣ ਕਰ ਹੀ ਨਹੀਂ ਸਕਦੇ ਕਿਉਂਕਿ ਤੇ ਕਲੀਨ ਚਿੱਟ ਦੇ ਚੁੱਕੇ ਆ, ਇਹਨਾਂ ਦੇ ਤਾਂ ਖੀਸੇ ਭਰ ਗਏ ਆ। ਸੋ ਅਸੀਂ ਤਾਂ ਡਿਮਾਂਡ ਕੀਤੀ ਸੀ ਕਿ ਹਾਈ ਕੋਰਟ ਦੇ ਕਿਸੇ ਮਾਨਯੋਗ ਜੱਜ ਸਾਹਿਬ ਨੂੰ ਇਨਕੁਆਇਰੀ ਦੇ ਦਿਓ, ਜਾਂਚ ਦੇ ਦਿਓ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ ਔਰ ਇਹ ਦੋਸ਼ੀ ਬਚ ਨਹੀਂ ਸਕਣਗੇ। ਜਿਹਨੂੰ 4 ਦਿਨ ਪਹਿਲਾਂ ਸੀਐਮ ਸਾਹਿਬ ਦਾ ਪ੍ਰੋਗਰਾਮ ਵੀ ਹੋਇਆ ਸੀ, ਉਸ 'ਚ ਵੀ ਜਿਹੜਾ ਹੈਗਾ ਹੈ ਸਾਧੂ ਸਿੰਘ ਧਰਮਸੋਤ ਨੇ ਸ੍ਰੀ ਗੁਰੂ ਨਾਨਕ ਦੇਵ ਨਾਲ ਤੁਲਨਾ ਕੀਤੀ ਸੀ ਤੇ ਰੌਲਾ ਪਿਆ ਹੈ, ਉਸ 'ਚ ਵੀ ਅਕਾਲੀ ਦਲ ਨੇ ਕੋਈ ਖਾਸ ਐਕਸ਼ਨ ਨਹੀਂ ਕੀਤਾ। ਦੇਖੋ, ਬੜੀ ਮੰਦਭਾਗੀ ਗੱਲ ਆ ਕਿ ਸਾਧੂ ਸਿੰਘ ਧਰਮਸੋਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆ ਤੁਲਨਾ, ਜਿਹੜੀ ਆ ਮਹਾਨ ਰਹਿਬਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ। ਇਹ ਉਹਨਾਂ ਦੀ ਸੋਚ ਦਾ ਪ੍ਰਗਟਾਵਾ ਹੈ, ਕਾਂਗਰਸ ਦੀ ਸੋਚ ਦਾ। ਤੇ ਇਹ ਸਿਰਫ ਇਸ ਕਰਕੇ ਇੰਨੀਆਂ ਮਾੜੀਆਂ ਗੱਲਾਂ ਧਰਮਸੋਤ ਕਰ ਰਿਹਾ ਕਿ ਉਹਨੂੰ ਕਲੀਨ ਚਿੱਟ ਦਿੱਤੀ ਆ ਮੁੱਖ ਮੰਤਰੀ ਨੇ। ਕੀ ਉਹ ਬਰਾਬਰੀ, ਕੋਈ ਇਨਸਾਨ, ਅੱਜ ਦੁਨੀਆ ਦਾ ਕੋਈ ਇਨਸਾਨ ਗੁਰੂ ਨਾਨਕ ਸਾਹਿਬ ਦਾ ਕੀ ਦੀ ਬਰਾਬਰੀ ਕਰ ਸਕਦਾ? ਕੋਈ ਕੈਪਟਨ ਅਮਰਿੰਦਰ ਸਿੰਘ ਕਿਹੜੇ ਭਾਗ ਦੀ ਮੂਲੀ ਹੈ? ਕੰਪਲੇਂਟ ਦਿੱਤੀ, ਕੋਈ ਐਫਆਈਆਰ ਕਰਨ ਵਾਸਤੇ ਕੁਝ ਹੋਰ ਅਕਾਲੀ ਦਲ ਨੇ ਕੀ ਕੀਤਾ? ਸਵਾਏ ਕੰਡੈਮ। ਦੇਖੋ, ਅਸੀਂ ਕੰਡੈਮ ਕਰਦੇ ਹਾਂ ਇਸ ਮਾਮਲੇ ਨੂੰ। ਮੇਰਾ ਖਿਆਲ ਸਾਡੇ ਐਸਜੀਪੀਸੀ ਮੈਂਬਰ ਸਾਹਿਬਾਨ ਵੀ ਆ, ਧਾਰਮਿਕ ਲੀਡਰ ਆ, ਉਹ ਇਸ ਮਾਮਲੇ ਨੂੰ ਦੇਖ ਰਹੇ ਆ, ਇਹਦੀ ਘੋਖ ਕਰ ਰਹੇ ਆ, ਇਹਦੀ ਵੀਡੀਓ ਫੁਟੇਜ, ਆਡੀਓ ਫੁਟੇਜ ਅਸੀਂ ਪ੍ਰਾਪਤ ਕਰ ਰਹੇ ਹਾਂ। ਜੋ ਕੁਝ ਵੀ ਹੋਇਆ, ਅਸੀਂ ਧਾਰਮਿਕ ਲੈਵਲ ਤੇ ਵੀ ਔਰ ਸੰਗਤ ਵਿੱਚ ਵੀ ਇਹ ਗੱਲ ਚਲੇ ਗਈ ਆ। ਸੰਗਤ ਨੇ ਇਹਦਾ ਬੜਾ ਬੁਰਾ ਮਨਾਇਆ, ਬਹੁਤ ਬੁਰਾ ਮਨਾਇਆ, ਔਰ ਇਹ ਗੱਲ ਸਾਬਤ ਹੀ ਕਰ ਦਿੱਤੀ ਸਾਧੂ ਸਿੰਘ ਨੇ ਕਿ ਉਹ ਏਡੀਆਂ ਗੱਲਾਂ ਤਾਂ ਕਰ ਰਿਹਾ ਕਿਉਂਕਿ ਉਹਨੂੰ ਫਸੇ ਹੋਏ ਨੂੰ, ਉਸ ਠੱਗ ਬੰਦੇ ਨੂੰ, ਕਿਉਂਕਿ ਉਹਨੂੰ ਕਲੀਨ ਚਿੱਟ ਮਿਲੀ। ਇਹਨੂੰ ਜੀ ਜਿਹੜਾ ਨਾਭੇ ਧਰਨਾ ਦਿੱਤਾ ਜਾ ਰਿਹਾ, ਕੀ ਲੱਗਦਾ ਕਿ ਉਸ ਤੋਂ ਬਾਅਦ ਕੀ ਅਕਾਲੀ ਦਲ ਦੇ ਇਸ ਦਬਾਅ ਦੇ ਵਿੱਚ ਆ ਕੇ ਕੀ ਸਰਕਾਰ ਕੋਈ ਕਦਮ ਚੁੱਕ ਸਕੇਗੀ? ਕਿ ਹੁਣ ਤੱਕ ਵੀ ਵਿਧਾਨ ਸਭਾ 'ਚ ਵੀ ਤੁਸੀਂ ਮਾਮਲਾ ਉਠਾਇਆ, ਇਸ ਮੁੱਦੇ ਨੂੰ ਚੰਗੀ ਤਰ੍ਹਾਂ ਉਭਾਰਿਆ, ਪਰ ਸਰਕਾਰ ਦਾ ਕੋਈ ਐਕਸ਼ਨ ਜਿਹੜਾ ਹੈ ਉਹ ਕਿਤੇ ਵੀ ਸਾਹਮਣੇ ਨਹੀਂ ਆ ਰਿਹਾ। ਦੇਖੋ, ਅਸੀਂ ਬੈਠੇ ਹਾਂ, ਅਸੀਂ ਵਿਧਾਨ ਸਭਾ 'ਚ, ਮੈਂ ਇੱਕ ਵਾਰੀ ਮਾਨਯੋਗ ਸਪੀਕਰ ਸਾਹਿਬ ਨੂੰ ਕਿਹਾ, ਮੈਂ ਕਿਹਾ ਸਪੀਕਰ ਸਾਹਿਬ, ਤੁਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਵੱਖਰਾ ਟਾਈਮ ਰੱਖ ਕੇ 2-4 ਘੰਟੇ ਦਾ ਡਿਸਕਸ਼ਨ ਕਰਾ ਲਓ। ਜੇ ਅਸੀਂ ਸਾਬਤ ਕਰ ਦਈਏ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਘਪਲਾ ਹੋਇਆ ਔਰ ਮੰਤਰੀ ਜੀ ਸ਼ਾਮਲ ਆ, ਮੰਤਰੀ ਅਸਤੀਫਾ ਦੇ ਦੇਣ। ਜੇ ਅਸੀਂ ਸਾਬਤ ਨਾ ਕਰ ਸਕੇ ਵਿਧਾਨ ਸਭਾ 'ਚ, ਪ੍ਰੂਫ ਨਾ ਦੇ ਸਕੇ, ਮੈਂ ਕਿਹਾ ਮੈਂ ਅਸਤੀਫਾ ਦੇ ਦੂੰਗਾ। ਉਸ ਵੇਲੇ ਸਪੀਕਰ ਸਾਹਿਬ, ਤੁਹਾਨੂੰ ਪਤਾ ਕਾਂਗਰਸ ਦੇ ਆ, ਔਰ ਮੰਤਰੀ ਜੀ ਨੇ ਮੂੰਹ ਥੱਲੇ ਕਰ ਲਿਆ ਸੀ ਵੀ ਤਾਂ ਕਿ ਗੱਲ ਫਟਾਫਟ ਅੱਗੇ ਨਿਕਲ ਜਾਵੇ।
ਔਰ ਸਪੀਕਰ ਸਾਹਿਬ ਨੇ ਵੀ ਗੱਲ ਅੱਗੇ ਨਿਗਾਤੀ ਸੀ, ਲੇਕਿਨ ਕੁਝ ਅਖਬਾਰਾਂ ਨੇ ਲਿਖਿਆ ਸੀ ਕਿ ਮੰਤਰੀ ਨੇ ਮੂੰਹ ਨੀਚੇ ਕੀਤਾ। ਦੂਜੀ ਗੱਲ, ਅਸੀਂ ਆਪਣਾ ਵਿਰੋਧ ਜਾਰੀ ਰੱਖਾਂਗੇ, ਅੰਦੋਲਨ ਜਾਰੀ ਰੱਖੂਗਾ ਸ਼੍ਰੋਮਣੀ ਅਕਾਲੀ ਦਲ। ਕਾਂਗਰਸ ਦੀ ਗਵਰਨਮੈਂਟ ਕੋਲੋਂ ਉਮੀਦ ਖਤਮ ਹੋ ਗਈ ਆ, ਕਿਉਂਕਿ ਤਾਂ ਫਲੋਰ ਤੇ ਕਹਿ ਗਏ ਕਿ ਕਲੀਨ ਚਿੱਟ ਦੇਤੀ ਆ। ਅਸੀਂ ਹੁਣ ਆਪਣੇ ਦੂਜੇ ਕੋਈ ਜਿਹੜੇ ਦਾਅ ਪੇਚ ਆ ਜਾਂ ਕੋਈ ਹੋਰ ਰਸਤੇ ਆ, ਕੋਈ ਅਦਾਲਤ ਦਾ ਰਸਤਾ ਆ, ਕੋਈ CBI ਦਾ ਰਸਤਾ ਆ, ਤੁਹਾਡੇ ਕੋਲ ਜਾ ਕੇ ਬੇਨਤੀ ਕਰਾਂਗੇ। ਗਵਰਨਰ ਆਫਿਸ ਹਾਂ, ਗਵਰਨਰ ਨੂੰ ਅਸੀਂ ਮਿਲਣ ਦੀ 1-2 ਦਿਨ 'ਚ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਪਿੱਛੇ ਜੇ ਟਾਈਮ ਮੰਗਿਆ ਸੀ, ਉਸ ਵੇਲੇ ਗਵਰਨਰ ਸਾਹਿਬ ਕੋਲ ਟਾਈਮ ਨਹੀਂ ਮਿਲ ਸਕਿਆ ਕਿਉਂਕਿ ਕਰੋਨਾ ਦਾ ਬੜਾ ਉਦੋਂ ਸੀਗਾ। ਲੇਕਿਨ ਹੁਣ ਅਸੀਂ ਗਵਰਨਰ ਸਾਹਿਬ ਕੋ ਵੀ ਜਾ ਰਹੇ ਹਾਂ, ਕਿਉਂਕਿ ਅਸੀਂ ਮਿਨਿਸਟਰ ਨੂੰ ਹੀ ਮਿਲਿਆ ਹੈ ਜਾ ਕੇ ਦਿੱਲੀ, ਥਾਵਰ ਚੰਦ ਗਹਿਲੋਤ ਜੀ ਨੂੰ। ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ ਸੀ ਵੀ ED ਦੀ ਵੀ ਜਾਂਚ ਕਰਾ ਸਕਦੇ ਹਾਂ ਅਸੀਂ CBI ਦੀ ਵੀ ਕਰਾ ਸਕਦੇ ਹਾਂ, ਲੇਕਿਨ ਕਰਾਈ ਨਹੀਂ। ਹੋਰ ਸੁਣੋ ਇੱਕ ਗੱਲ, 2017, 18, 19, 20 ਇਹ 3.5 ਸਾਲ ਪੰਜਾਬ ਦੀ ਗਵਰਨਮੈਂਟ ਨੇ ਕੋਈ ਪੈਸਾ ਨਹੀਂ ਦਿੱਤਾ, ਜਦ ਕਿ ਮੱਧ ਪ੍ਰਦੇਸ਼ ਨੇ, ਰਾਜਸਥਾਨ ਨੇ, ਕਿਉਂਕਿ ਕੇਂਦਰ ਨੇ ਸਕੀਮ ਬੰਦ ਕਰ ਦਿੱਤੀ 2017 'ਚ, ਲੇਕਿਨ ਉੱਥੇ ਦੀਆਂ ਸੂਬਾ ਸਰਕਾਰਾਂ ਨੇ ਆਪਣੇ ਕੋਲੋਂ ਆਪਣੇ ਸੂਬੇ ਦੇ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਹੀਂ ਹੋਣ ਦਿੱਤੀ। ਉਹਨਾਂ ਨੇ ਆਪਣੇ ਖਜ਼ਾਨੇ 'ਚੋਂ ਉਹਨਾਂ ਬੱਚਿਆਂ ਦੀ ਫੀਸ ਅਦਾ ਕਰ ਦਿੱਤੀ। ਹਰਿਆਣੇ ਨੇ ਵੀ 40% ਕੀਤੀ ਹੈ, ਛੱਤੀਸਗੜ੍ਹ ਨੇ ਵੀ ਕੁਝ ਕੀਤੀ ਆ, ਲੇਕਿਨ ਰਾਜਸਥਾਨ ਤੇ ਮੱਧ ਪ੍ਰਦੇਸ਼ ਨੇ ਤਾਂ 100% ਜਿਹੜੀ ਆ ਉਹਨਾਂ SC ਤੇ BC ਬੱਚਿਆਂ ਦੀ ਫੀਸ ਦੇ ਦਿੱਤੀ। 15 ਕਰੋੜ ਰੁਪਈਆ ਬੈਕਵਰਡ ਕਲਾਸਿਸ ਦਾ ਪੰਜਾਬ ਦੀ ਸਰਕਾਰ 'ਚ ਪਿਆ ਪਿਛਲੇ 2 ਸਾਲਾਂ ਤੋਂ, ਬੱਚਿਆਂ ਦੀ ਫੀਸ ਦਾ ਆਇਆ ਕੇਂਦਰ 'ਚੋਂ ਆਇਆ। ਉਸ ਪੈਸੇ ਦਾ ਵੀ ਕੋਈ ਪਤਾ ਨਹੀਂ, ਉਹ ਕੌਣ ਖਾ ਗਿਆ, ਕੌਣ ਉਹਨੂੰ ਦੱਬ ਗਿਆ, ਕਿੱਥੇ ਪਿਆ, ਕਿਹੜੇ ਖੂਹ ਖਾਤੇ ਪਿਆ। ਕੋਈ ਪੰਜਾਬ ਦੀ ਸਰਕਾਰ ਕਿਹੋ ਜਿਹੀ ਚੱਲ ਰਹੀ ਆ, ਕੋਈ ਲੀਡਰਸ਼ਿਪ ਨਹੀਂ, ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ, ਸਾਰੇ ਲੁੱਟਣ ਤੇ ਲੱਗੇ ਹੋਏ ਆ ਇਸ ਵੇਲੇ। ਹਰ ਸੈਕਸ਼ਨ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ, ਹਰ ਸੈਕਸ਼ਨ ਦੁਖੀ ਹੈ। ਪਰ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਲਈ, ਤੁਸੀਂ ਪਿੱਛੇ ਜੇ ਪੜ੍ਹਿਆ ਹੋਣਾ, ਮੁੱਖ ਮੰਤਰੀ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਅਸੀਂ ਇੱਕ ਪੋਸਟ ਮੈਟ੍ਰਿਕ ਸਕੀਮ ਲੈ ਕੇ ਆ ਰਹੇ ਹਾਂ, ਤੁਸੀਂ ਪੜ੍ਹਿਆ ਹੋਣਾ। ਉਹ ਕੀ ਬਾਅਦ 'ਚ ਨਿਕਲਿਆ, ਕੀ ਕਹਿੰਦੇ ਜੀ 2021-22 'ਚ ਲੈ ਕੇ ਆਵਾਂਗੇ, ਤੇ 2021-22 'ਚ ਲੈ ਕੇ ਆਉਣਗੇ, ਵਿਦਿਆਰਥੀ 2022-23 'ਚ ਲੈ ਸਕਣਗੇ ਪੈਸਾ। ਯਾਨੀ ਉਦੋਂ ਪਤਾ ਨਹੀਂ ਕਿਹੜੇ ਬਾਬੇ ਦੀ ਸਰਕਾਰ ਹੋਣੀ ਹੈ। ਸ਼ਡਿਊਲਡ ਕਾਸਟ ਤੇ ਬੈਕਵਰਡ ਕਲਾਸ ਬੱਚਿਆਂ ਲਈ 5 ਸਾਲ ਦੀ ਤਰੀਕ ਪਾਤੀ ਕੈਪਟਨ ਅਮਰਿੰਦਰ ਸਿੰਘ ਨੇ, 5 ਸਾਲ ਦੀ। ਪਿਛਲੇ 4 ਸਾਲ ਦਿੱਤਾ ਕੁਛ ਨਹੀਂ। 21-22 ਨੂੰ ਕਹਿੰਦੇ ਅਸੀਂ ਲਵਾਂਗੇ ਐਪਲੀਕੇਸ਼ਨਾਂ ਤੇ 22-23 ਨੂੰ ਉਹ ਪੈਸਾ ਦੇਵਾਂਗੇ। ਦੇਖੋ ਕਿੰਨੀ ਬੇਇਨਸਾਫੀ ਹੈ। ਅਸੀਂ ਤੁਹਾਡੀ ਮਦਦ ਲੈਣ ਲਈ ਆਏ ਹਾਂ। ਇੱਕ ਤਾਂ ਇੱਥੇ ਸਟੇਟ ਗਵਰਨਮੈਂਟ ਨਹੀਂ ਉਹਦੇ ਖਿਲਾਫ ਐਕਸ਼ਨ ਲੈ ਰਹੀ, ਤੁਸੀਂ ਸੈਂਟਰ 'ਚ ਵੀ ਗਏ ਹੋ, ਉੱਥੋਂ ਵੀ। ਪਹਿਲੀ ਗੱਲ ਤਾਂ ਮਾਲ ਗੱਡੀਆਂ ਤੇ ਜਿਹੜੀ ਰੋਕ ਲੱਗੀ ਆ, ਕੇਂਦਰ ਦਾ ਤਾਂ ਫੈਸਲਾ ਗੈਰ ਜਮਹੂਰੀ ਹੈ ਹੀ ਹੈ ਵੀ ਮਾਲ ਗੱਡੀਆਂ ਦੇ ਨਾਲ ਇਹ ਬਲੈਕਮੇਲਿੰਗ, ਧਮਕੀ ਦੇਣਾ ਵੀ ਜੇ ਤੁਸੀਂ ਪੈਸੇਂਜਰ ਟ੍ਰੇਨ ਚਲਾਉਂਗੇ ਤਾਂ ਅਸੀਂ ਮਾਲ ਗੱਡੀਆਂ ਭੇਜਾਂਗੇ। ਮੈਂ ਸਮਝਦਾ ਗੈਰ ਜਮਹੂਰੀ ਤੇ ਲੋਕ ਰਾਜ ਦੀਆਂ ਸਰਕਾਰਾਂ ਕਦੇ ਲੋਕਾਂ ਨੂੰ ਇਦਾਂ ਧਮਕੀਆਂ ਨਹੀਂ ਦਿਆ ਕਰਦੀਆਂ, ਲੋਕਾਂ ਨੂੰ ਇਦਾਂ ਝੁਕਾਉਣ ਦੀ ਕੋਸ਼ਿਸ਼ ਨਹੀਂ ਕਰਿਆ ਕਰਦੀਆਂ। ਲੋਕਾਂ ਅੱਗੇ ਝੁਕਦੀਆਂ ਹੁੰਦੀਆਂ ਸਰਕਾਰਾਂ, ਲੋਕ ਬਣਾਉਂਦੇ ਨੇ। ਪਰ ਉਹਦੇ ਨਾਲ ਨਾਲ ਜਿੱਥੇ ਕੇਂਦਰ ਦੇ ਰਵੱਈਏ ਦੀ ਅਸੀਂ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਉੱਥੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਾਡਾ ਸਵਾਲ ਆ ਵੀ ਉਹਨਾਂ ਨੇ ਪਹਿਲਾਂ ਤਾਂ ਜਿਹੜੇ ਆਰਡੀਨੈਂਸਿਸ ਆਏ, ਬਿੱਲ ਆਏ, ਉਹਨਾਂ ਤੇ ਕੀ ਕਦਮ ਚੱਕੇ। ਕੀ ਉਹਨਾਂ ਨੇ ਕਦੇ ਪ੍ਰਧਾਨ ਮੰਤਰੀ ਸਾਹਿਬ ਤੋਂ ਜਾਂ ਦੇਸ਼ ਦੇ ਐਗਰੀਕਲਚਰ ਮੰਤਰੀ ਤੋਂ ਮਿਲਣ ਦਾ ਸਮਾਂ ਲੱਤਾ ਸੀ ਉਸ ਬਾਬਤ? ਜਦੋਂ ਪਾਰਲੀਮੈਂਟ ਦੇ ਵਿੱਚ ਸਟੇਟ ਮਿਨਿਸਟਰ ਨੇ ਕੇਂਦਰ ਦੇ ਨੇ ਦੱਸੀ ਗੱਲ ਵੀ ਇੱਕ ਹਾਈ ਪਾਵਰ ਕਮੇਟੀ ਬਣੀ ਸੀਗੀ, ਉਦੋਂ ਬਾਅਦ ਇਹ ਜਿਹੜੀ ਹੈਗੀ ਆ ਜਦੋਂ ਸਾਰੀ ਖੁਲਾਸਾ ਹੋਇਆ, ਉਦੋਂ ਬਾਅਦ ਵਿਧਾਨ ਸਭਾ ਦੇ ਵਿੱਚ CM ਸਾਹਿਬ ਕਹਿੰਦੇ ਮੈਂ ਚਿੱਠੀ ਲਿਖੀ ਸੀ, ਪਤਾ ਨਹੀਂ ਲਿਖੀ ਸੀ ਪਤਾ ਨਹੀਂ ਲਿਖੀ ਸੀਗੀ, ਪਰ ਇੱਕ ਚਿੱਠੀ ਬਣਾ ਕੇ ਦੱਸੀ ਗਈ ਵੀ ਚਿੱਠੀ ਲਿਖੀ ਸੀ। ਪਰ ਉਦੋਂ ਪਹਿਲਾਂ ਤੱਕ ਬਿਲਕੁਲ ਭਾਫ ਨਹੀਂ ਕੱਢੀ ਗਈ। ਐਡਾ ਵੱਡਾ ਇੰਪੋਰਟੈਂਟ ਖਰੜਾ ਤਿਆਰ ਹੋ ਰਿਹਾ ਹੈ, ਆਰਡੀਨੈਂਸਿਸ ਤਿਆਰ ਹੋ ਰਿਹਾ, ਕਿਸਾਨੀ ਦੇ ਸੰਦਰਭ ਤਿਆਰ ਹੋ ਰਿਹਾ। ਤੁਹਾਡਾ ਸੈਕਟਰੀ ਐਗਰੀਕਲਚਰ ਤੁਹਾਨੂੰ ਦੱਸ ਕੇ ਜਾ ਰਿਹਾ ਵੀ ਇਹ ਬਹੁਤ ਵੱਡਾ ਨੁਕਸਾਨ ਪੰਜਾਬ ਦੀ ਕਿਸਾਨੀ ਦਾ ਕਰੂਗਾ, ਤੇ ਤੁਸੀਂ ਚੁੱਪ ਰਹਿੰਦੇ ਹੋ, ਲੁਕੋ ਕੇ ਰੱਖਦੇ ਹੋ। ਸੋ ਸ਼ੰਕੇ ਤਾਂ ਉਸੇ ਸਮੇਂ ਮੈਂ ਸਮਝਦਾ ਸਾਹਮਣੇ ਆ ਗਏ ਸੀਗੇ ਵੀ ਕਿਤੇ ਨਾ ਕਿਤੇ ਮਿਲੀ ਭੁਗਤਾ। ਤੇ ਫਿਰ ਹੁਣ ਆ ਜਿਹੜਾ ਰੇਲ ਗੱਡੀਆਂ ਦੇ ਮਸਲੇ ਦੇ ਵਿੱਚ ਕੱਲ ਇਹਨਾਂ ਦੇ ਇੱਕ ਬੁਲਾਰੇ ਦਾ ਬਿਆਨ ਆਇਆ ਵੀ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ। ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਐਡਾ ਵੱਡਾ ਮਸਲਾ ਹੈ ਤੇ ਮੁੱਖ ਮੰਤਰੀ ਸਾਹਿਬ ਚਿੱਠੀ ਲਿਖਦੇ ਨੇ ਆ, ਉਧਰੋਂ ਰੇਲਵੇ ਮੰਤਰੀ ਸਾਹਿਬ ਦੀ ਚਿੱਠੀ ਆ ਜਾਣੀ ਹੈ। ਚਿੱਠੀਆਂ ਦੀ ਜਿਹੜੀ ਖੇਡ ਆ ਇਹ ਹੁਣ ਬੰਦ ਕਰਨੀ ਚਾਹੀਦੀ ਆ। CM ਸਾਹਿਬ ਨੂੰ ਉੱਥੇ ਜਾਣਾ ਚਾਹੀਦਾ ਸੀਗਾ, ਹੁਣ ਤੱਕ ਪਹੁੰਚੇ ਹੋਣਾ ਚਾਹੀਦਾ ਸੀਗਾ, ਕੋਈ ਸਾਰਥਿਕ ਹੱਲ ਲੱਭਣ ਲਈ ਯਤਨ ਕਰਨੇ ਚਾਹੀਦੇ ਸੀ। ਇੱਕ ਗੈਰ ਸੰਜੀਦਾ
ਤਾਂ ਰਵੱਈਆ ਲੱਗੇ ਰਿਹਾ ਸੀਗਾ। ਪਰ ਜਿਹੜੀ ਗੱਲ ਟੀਨੂ ਜੀ ਨੇ ਕਹੀ ਆ ਮਿਲੀ ਭੁਗਤ ਵਾਲੀ, ਆ ਜਿਹੜਾ ਈਡੀ ਨੇ ਰਣਿੰਦਰ ਸਿੰਘ ਹੋਣਾ ਨੂੰ ਤਲਬ ਕੀਤਾ, ਇਹ ਕੋਈ ਇਹ ਤਾਂ ਹੈ ਨਹੀਂ ਵੀ 24 ਘੰਟੇ 'ਚ ਤਲਬ ਕਰ ਲਿਆ ਹੋਊਗਾ। ਇਟ ਮੀਨਸ ਕਿ ਮਿਲੀ ਭੁਗਤ ਸੀਗੀ ਤੇ ਈਡੀ ਦਾ ਡਰਾਬਾ ਕੋਈ ਅੱਜ ਤੋਂ ਨਹੀਂ, ਪਹਿਲਾਂ ਦਾ ਸੀ। ਤਾਂ ਹੀ ਖਰੜੇ ਲੁਕੋ ਕੇ ਰੱਖੇ ਗਏ, ਤਾਂ ਹੀ ਜਿਹੜੇ ਬਿੱਲ ਸੀਗੇ ਉਹਨਾਂ ਨੂੰ ਬੜੀ ਕਾਹਲੀ ਦੇ ਵਿੱਚ ਜਿਹੜੇ ਇਤਰਾਜ਼ ਅਕਾਲੀ ਦਲ ਦੇ ਲਾਏ ਸੀਗੇ ਵਿਧਾਨ ਸਭਾ ਦੇ ਵਿੱਚ, ਉਹਨਾਂ ਨੂੰ ਅਣਗੌਲਿਆ ਕਰਕੇ ਉਹ ਬਿੱਲਾਂ ਨੂੰ ਇੱਕਦਮ ਹੀ ਵੀ ਅੱਜ ਹੀ ਪਾਸ ਕਰਨੇ ਆ। ਤੇ ਫਿਰ ਉਹਨਾਂ ਬਿੱਲਾਂ ਦੇ ਵਿੱਚ ਐਡੀ ਵੱਡੀ ਲੂਪ ਹੋਲਸ ਰੱਖੀਆਂ ਗਈਆਂ। ਦੇਖੋ ਮੁੱਖ ਮੰਤਰੀ ਪੰਜਾਬ ਦੇ ਆਪ ਕਹਿਣ ਵੀ ਗਵਰਨਰ ਪਤਾ ਨਹੀਂ ਪਾਸ ਕਰੂਗਾ ਜਾਂ ਨਹੀਂ ਕਰੂਗਾ, ਤੇ ਫਿਰ ਉਸ ਤੋਂ ਬਾਅਦ 2 ਤੇ 3 ਨਵੰਬਰ ਦਾ ਤੁਸੀਂ ਸਮਾਂ ਮੰਗ ਲਓ ਰਾਸ਼ਟਰਪਤੀ ਨੂੰ ਮਿਲਣ ਦਾ। ਪੰਜਾਬ ਵਿਧਾਨ ਸਭਾ ਦਾ ਪਾਸ ਕੀਤਾ ਬਿੱਲ ਉਹਨੂੰ ਗਵਰਨਰ ਨੋਟੀਫਾਈ ਕਰਕੇ ਉਹ ਕਾਨੂੰਨ ਬਣ ਜਾਂਦਾ ਹੁੰਦਾ, ਜੇ ਐਗਰੀਕਲਚਰ ਸਬਜੈਕਟ ਹੁੰਦਾ, ਜੇ ਸਟੇਟ ਸਬਜੈਕਟ ਹੋਵੇ। ਪਰ ਜਦੋਂ ਆਪਾਂ ਆਪ ਹੀ ਰਾਸ਼ਟਰਪਤੀ ਸਾਹਿਬ ਤੋਂ ਸਮਾਂ ਮੰਗ ਰਹੇ ਹਾਂ, ਇਹਦਾ ਮਤਲਬ ਗਵਰਨਰ ਨੂੰ ਕਹਿ ਰਹੇ ਹਾਂ ਵੀ ਹਾਂ ਇਹਦੇ ਵਿੱਚ ਕੁਛ ਨਾ ਕੁਛ ਅਸੀਂ ਗਲਤ ਕਰ ਰਹੇ ਹਾਂ। ਸੋ ਸਮਾਂ ਮੰਗ ਕੇ ਸਿੱਧੇ ਰੂਪ 'ਚ ਮੁੱਖ ਮੰਤਰੀ ਸਾਹਿਬ ਨੇ ਕਿਤੇ ਨਾ ਕਿਤੇ ਇੱਕ ਕਿਸਾਨ ਸੰਘਰਸ਼ ਦੇ ਦਬਾਅ ਵਿੱਚ ਆ ਕੇ 9 ਉਸ ਸਮੇਂ ਕਿਸਾਨ ਜਿਹੜੇ ਸ਼ਹੀਦ ਹੋ ਗਏ ਸੀਗੇ ਸੰਘਰਸ਼ ਦੇ ਵਿੱਚ। ਸੋ ਪੰਜਾਬ ਦੇ ਲੋਕਾਂ ਦਾ, ਸ਼੍ਰੋਮਣੀ ਅਕਾਲੀ ਦਲ ਦਾ, ਹੋਰ ਵਿਰੋਧੀ ਪਾਰਟੀਆਂ ਦਾ ਜਿਹੜਾ ਦਬਾਅ ਚੱਲਦਾ ਸੀ, ਉਹਦੇ ਦਬਾਅ ਥੱਲੇ ਆ ਕੇ ਸੈਸ਼ਨ ਤਾਂ ਬੁਲਾਇਆ, ਪਰ ਸੈਸ਼ਨ ਦੇ ਵਿੱਚ ਜਿਸ ਢੰਗ ਨਾਲ ਬਿੱਲ ਲਿਆਂਦਾ ਗਿਆ, ਲੁਕੋ ਕੇ ਲਿਆਂਦਾ ਗਿਆ, ਖਰੜਾ ਦਿਖਾਇਆ ਨਹੀਂ ਗਿਆ, ਕਾਹਲੀ ਨਾਲ ਪਾਸ ਕੀਤਾ ਗਿਆ, ਤੇ ਫਿਰ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਮੈਂ ਸਮਝਦਾ ਇਹ ਸਾਫ਼ ਹੋ ਗਿਆ ਹੁਣ ਈਡੀ ਦੇ ਸੰਮਨ ਤੋਂ ਬਾਅਦ ਵੀ ਈਡੀ ਦਾ ਡਰਾਬਾ ਸੀ ਜਿਹੜਾ, ਉਹ ਤਲਵਾਰ ਸੀ, ਉਹ ਉੱਤੇ ਲਟਕ ਰਹੀ ਸੀ, ਜਿਹਦੇ ਦਬਾਅ ਥੱਲੇ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਸੀਗੇ। ਇੱਕ ਮਿੰਟ, ਇੱਕ ਤਾਂ ਮੈਂ ਸਾਰੇ